ਸਤਿ ਸ਼੍ਰੀ ਅਕਾਲ। ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ। ਦੋਸਤੋ, ਇਸ ਖਾਸ ਐਕਸਪਲੇਨਰ ਵਿੱਚ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਭਾਰਤੀ ਉਪ ਮਹਾਦੀਪ ਦੇ ਭੂਗੋਲ ਦੇ ਇੱਕ ਬਹੁਤ ਹੀ ਰੋਮਾਂਚਕ ਸਫ਼ਰ ਤੇ ਜਾਣ ਵਾਲੇ ਹਾਂ। ਵਿਸ਼ਵ ਪੱਧਰ ਦੇ ਵਪਾਰਿਕ ਰੂਟਾਂ ਦੀ ਵੱਡੀ ਤਸਵੀਰ ਤੋਂ ਲੈ ਕੇ ਸਥਾਨਿਕ ਸਮੇਂ ਦੀ ਗਣਨਾ ਕਰਨ ਦੀਆਂ ਬਾਰੀਕੀਆਂ ਤੱਕ ਦਾ ਇਹ ਸਫ਼ਰ ਸੱਚੇਮੁੱਚ ਬਹੁਤ ਦਿਲਚਸਪ ਹੈ। ਆਓ ਦੇਖੀਏ ਕਿ ਕਿਵੇਂ ਭੂਗੋਲਿਕ ਸਥਿਤੀ ਕਿਸੇ ਵੀ ਖੇਤਰ ਦੀ ਪੂਰੀ ਪਹਿਚਾਣ ਨੂੰ ਬਣਾਉਂਦੀ ਹੈ। ਅੱਜ ਤੇ ਆਪਣੇ ਇਸ ਐਕਸਪਲੇਨਰ ਦਾ ਏਜੰਡਾ ਬਿਲਕੁਲ ਸਾਫ਼ ਹੈ। ਪਹਿਲਾਂ ਆਪਾਂ ਪੂਰਬ ਵਿੱਚ ਭਾਰਤ ਦੀ ਸਥਿਤੀ ਦੇਖਾਂਗੇ, ਫਿਰ ਇਸ ਦਾ ਵਿਸ਼ਾਲ ਆਕਾਰ, ਇਸ ਦੇ ਗੁਆਂਢੀ, ਅਕਸ਼ਾਂਸ਼ ਤੇ ਦੇਸ਼ਾਂਤਰ ਦਾ ਤਾਲਮੇਲ ਅਤੇ ਅਖੀਰ ਵਿੱਚ ਸਮੇਂ ਦੀ ਇਕਸਾਰਤਾ ਬਾਰੇ ਗੱਲ ਕਰਾਂਗੇ। ਤਾਂ ਚਲੋ ਸਿੱਧਾ ਆਪਣੇ ਪਹਿਲੇ ਹਿੱਸੇ ਵੱਲ ਵਧਦੇ ਹਾਂ, ਪੂਰਬ ਵਿੱਚ ਸਥਿਤੀ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਭਾਰਤ ਸਿਰਫ ਏਸ਼ੀਆ ਦਾ ਕੋਈ ਆਮ ਹਿੱਸਾ ਨਹੀਂ ਹੈ, ਬਲਕਿ ਇਹ ਪੂਰਬੀ ਅਰਧ-ਗੋਲੇ ਵਿੱਚ ਇੱਕ ਅਸਲੀ ਗਲੋਬਲ ਕੇਂਦਰ ਵਜੋਂ ਸਥਿਤ ਹੈ। ਜ਼ਰਾ ਸੋਚੋ, ਏਸ਼ੀਆ ਮਹਾਦੀਪ ਦੇ ਬਿਲਕੁਲ ਦੱਖਣ ਕੇਂਦਰ ਵਿੱਚ ਬੈਠਾ ਭਾਰਤ ਹਿੰਦ ਮਹਾਸਾਗਰ ਵਿੱਚ ਇੱਕ ਵਿਸ਼ਾਲ ਪੁਲ ਵਾਂਗ ਫੈਲਿਆ ਹੋਇਆ ਹੈ। ਇਹ ਕੋਈ ਛੋਟਾ-ਮੋਟਾ ਜ਼ਮੀਨ ਦਾ ਟੁਕੜਾ ਨਹੀਂ ਹੈ ਜੀ, ਬਲਕਿ ਇਹ ਤਾਂ ਦੁਨੀਆ ਦੇ ਸਮੁੰਦਰੀ ਅਤੇ ਹਵਾਈ ਰਸਤਿਆਂ ਦਾ ਇੱਕ ਬਹੁਤ ਹੀ ਖਾਸ ਚੌਰਾਹਾ ਹੈ। ਅਤੇ ਸਭ ਤੋਂ ਕਮਾਲ ਦੀ ਗੱਲ ਪਤਾ ਕੀ ਹੈ? ਭਾਰਤ ਦੀਆਂ ਦੋਵੇਂ ਤਟਵਰਤੀ ਬਾਹਾਂ, ਪੱਛਮ ਵੱਲ ਅਰਬ ਸਾਗਰ ਅਤੇ ਪੂਰਬ ਵੱਲ ਬੰਗਾਲ ਦੀ ਖਾੜੀ, ਇੱਕ ਬਹੁਤ ਵੱਡਾ ਰਣਨੀਤਿਕ ਫਾਇਦਾ ਦਿੰਦੀਆਂ ਨੇ। ਇਹ ਸਮੁੰਦਰੀ ਰਸਤੇ ਪੱਛਮ ਵਿੱਚ ਯੂਰਪ ਅਤੇ ਅਫਰੀਕਾ ਨੂੰ ਅਤੇ ਪੂਰਬ ਵੱਲ ਏਸ਼ੀਆ ਦੇ ਵੱਡੇ ਬਾਜ਼ਾਰਾਂ ਨੂੰ ਬਿਲਕੁਲ ਸਿੱਧਾ ਜੋੜਦੇ ਨੇ। ਬਿਲਕੁਲ ਇਸੇ ਭੂਗੋਲਿਕ ਸਥਿਤੀ ਕਰਕੇ ਹੀ ਭਾਰਤ ਹਮੇਸ਼ਾ ਤੋਂ ਵਿਸ਼ਵ ਵਪਾਰ ਦੇ ਬਿਲਕੁਲ ਕੇਂਦਰ ਵਿੱਚ ਰਿਹਾ ਹੈ। ਇੱਕ ਤਰ੍ਹਾਂ ਨਾਲ ਇਹ ਆਰਥਿਕਤਾ ਦਾ ਇੱਕ ਸੁਪਰ ਹੱਬ ਹੈ। ਹੁਣ ਆਪਣਾ ਧਿਆਨ ਦੁਨੀਆ ਤੋਂ ਹਟਾ ਕੇ ਭਾਰਤ ਦੇ ਆਪਣੇ ਵਿਸ਼ਾਲ ਆਕਾਰ ਤੇ ਲਿਆਉਂਦੇ ਹਾਂ। ਆਖਿਰ ਇਸ ਨੂੰ ਉਪ ਮਹਾਦੀਪ ਐਵੇਂ ਥੋੜੀ ਕਿਹਾ ਜਾਂਦਾ ਹੈ। 3.28 ਮਿਲੀਅਨ ਵਰਗ ਕਿਲੋਮੀਟਰ। ਹਾਂਜੀ, ਬਿਲਕੁਲ ਸਹੀ ਸੁਣਿਆ। ਇਹ ਵਿਸ਼ਾਲ ਖੇਤਰਫਲ ਭਾਰਤ ਨੂੰ ਪੂਰੀ ਦੁਨੀਆ ਦਾ 7ਵਾਂ ਸਭ ਤੋਂ ਵੱਡਾ ਦੇਸ਼ ਬਣਾਉਂਦਾ ਹੈ। ਜੇ ਅੰਦਾਜ਼ਾ ਲਗਾਉਣਾ ਹੋਵੇ ਤਾਂ ਕਲਪਨਾ ਕਰੋ ਕਿ ਇਹ ਲਗਭਗ ਪੂਰੇ ਯੂਰਪੀ ਮਹਾਦੀਪ ਦੇ ਬਰਾਬਰ ਹੈ। ਇੰਨੀ ਵੱਡੀ ਥਾਂ ਵਿੱਚ ਤੁਹਾਨੂੰ ਹਰ ਤਰ੍ਹਾਂ ਦਾ ਮੌਸਮ, ਪਹਾੜ, ਮੈਦਾਨ ਸਭ ਕੁਝ ਮਿਲ ਜਾਵੇਗਾ। ਪਰ ਇੱਥੇ ਇੱਕ ਬਹੁਤ ਹੀ ਦਿਲਚਸਪ ਅੰਕੜਾ ਹੁੰਦਾ ਹੈ। ਭਾਵੇਂ ਆਕਾਰ ਵਿੱਚ ਇਹ 7ਵੇਂ ਨੰਬਰ ਤੇ ਹੈ, ਪਰ ਪੂਰੀ ਦੁਨੀਆ ਦੀ ਜ਼ਮੀਨ ਦਾ ਸਿਰਫ 2.4% ਹਿੱਸਾ ਹੀ ਭਾਰਤ ਕੋਲ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਮੂਲੀ ਜਿਹੇ 2.4% ਹਿੱਸੇ ਉੱਤੇ ਦੁਨੀਆ ਦੀ ਇੱਕ ਬਹੁਤ ਵੱਡੀ ਆਬਾਦੀ ਵਸਦੀ ਹੈ, ਜੋ ਇਸ ਅੰਕੜੇ ਨੂੰ ਆਪਣੇ ਆਪ ਵਿੱਚ ਬੇਹੱਦ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ। ਇਸ ਵਿਸ਼ਾਲਤਾ ਨੂੰ ਥੋੜਾ ਹੋਰ ਬਾਰੀਕੀ ਨਾਲ ਸਮਝਦੇ ਹਾਂ। ਕਲਪਨਾ ਕਰੋ, ਜੇਕਰ ਆਪਾਂ ਉੱਤਰ ਵਿੱਚ ਕਸ਼ਮੀਰ ਤੋਂ ਲੈ ਕੇ ਠੇਠ ਦੱਖਣ ਵਿੱਚ ਕੰਨਿਆਕੁਮਾਰੀ ਤੱਕ ਦਾ ਸਫ਼ਰ ਕਰੀਏ ਤਾਂ ਇਹ ਸਿੱਧੀ ਦੂਰੀ 3214 ਕਿਲੋਮੀਟਰ ਬਣਦੀ ਹੈ। ਅਤੇ ਪੂਰਬ ਵਿੱਚ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਪੱਛਮ ਵਿੱਚ ਗੁਜਰਾਤ ਤੱਕ ਦਾ ਸਫ਼ਰ, ਉਹ ਵੀ ਕੋਈ ਘੱਟ ਨਹੀਂ, ਪੂਰੇ 2933 ਕਿਲੋਮੀਟਰ ਹੈ। ਇਹ ਤਾਂ ਕਿਸੇ ਪੂਰੇ ਮਹਾਦੀਪ ਨੂੰ ਪਾਰ ਕਰਨ ਵਾਲੀ ਗੱਲ ਹੋ ਗਈ ਹੈ ਨਾ। ਅਤੇ ਜੇ ਤਟਵਰਤੀ ਰੇਖਾ ਦੀ ਗੱਲ ਕਰੀਏ ਤਾਂ ਉਹ ਵੀ ਕਮਾਲ ਦੀ ਹੈ। ਸਿਰਫ ਮੁੱਖ ਭੂਮੀ ਦਾ ਤਟ ਹੀ 6100 ਕਿਲੋਮੀਟਰ ਲੰਬਾ ਹੈ। ਪਰ ਠਹਿਰੋ, ਜਦੋਂ ਆਪਾਂ ਇਸ ਵਿੱਚ ਅੰਡੇਮਾਨ, ਨਿਕੋਬਾਰ ਅਤੇ ਲਕਸ਼ਦੀਪ ਵਰਗੇ ਖੂਬਸੂਰਤ ਟਾਪੂਆਂ ਨੂੰ ਵੀ ਜੋੜ ਲੈਂਦੇ ਹਾਂ ਤਾਂ ਇਹ ਲੰਬਾਈ ਵੱਧ ਕੇ 7517 ਕਿਲੋਮੀਟਰ ਹੋ ਜਾਂਦੀ ਹੈ। ਇਹ ਟਾਪੂ ਸਿਰਫ ਜ਼ਮੀਨ ਦੇ ਟੁਕੜੇ ਨਹੀਂ ਹਨ, ਬਲਕਿ ਇਹ ਤਾਂ ਸਮੁੰਦਰੀ ਵਪਾਰ ਅਤੇ ਸੁਰੱਖਿਆ ਲਈ ਬਹੁਤ ਅਹਿਮ ਪੁਆਇੰਟ ਨੇ। ਚਲੋ ਹੁਣ ਆਪਣੇ ਤੀਜੇ ਹਿੱਸੇ ਵੱਲ ਵਧਦੇ ਹਾਂ, ਗੁਆਂਢੀ ਅਤੇ ਭੌਤਿਕ ਸਰਹੱਦਾਂ। ਆਓ ਦੇਖੀਏ ਕਿ ਕਿਵੇਂ ਕੁਦਰਤ ਨੇ ਇਸ ਜ਼ਮੀਨ ਨੂੰ ਆਲੇ-ਦੁਆਲੇ ਤੋਂ ਸੁਰੱਖਿਅਤ ਕੀਤਾ ਹੋਇਆ ਹੈ। ਜੇਕਰ ਆਪਾਂ ਆਪਣੀਆਂ ਗੁਆਂਢੀ ਸਰਹੱਦਾਂ ਵੱਲ ਨਜ਼ਰ ਮਾਰੀਏ ਤਾਂ ਉੱਤਰ-ਪੱਛਮ ਵੱਲ ਪਾਕਿਸਤਾਨ ਹੈ। ਉੱਤਰ ਵੱਲ ਜਾਈਏ ਤਾਂ ਚੀਨ, ਨੇਪਾਲ ਅਤੇ ਭੂਟਾਨ ਦੀਆਂ ਸਰਹੱਦਾਂ ਮਿਲਦੀਆਂ ਨੇ ਅਤੇ ਪੂਰਬ ਵੱਲ ਬੰਗਲਾਦੇਸ਼ ਅਤੇ ਮਿਆਂਮਾਰ ਹਨ। ਇਨ੍ਹਾਂ ਸਾਰੀਆਂ ਜ਼ਮੀਨੀ ਸਰਹੱਦਾਂ ਦਾ ਆਪਣਾ ਇੱਕ ਬਹੁਤ ਹੀ ਡੂੰਘਾ ਅਤੇ ਗੁੰਝਲਦਾਰ ਇਤਿਹਾਸ ਰਿਹਾ ਹੈ। ਪਰ ਸਿਰਫ ਰਾਜਨੀਤਿਕ ਸਰਹੱਦਾਂ ਹੀ ਨਹੀਂ, ਕੁਦਰਤ ਨੇ ਭਾਰਤ ਨੂੰ ਇੱਕ ਬਹੁਤ ਹੀ ਮਜ਼ਬੂਤ ਸੁਰੱਖਿਆ ਕਵਚ ਦਿੱਤਾ ਹੈ। ਉੱਤਰ ਵਿੱਚ ਹਿਮਾਲਿਆ, ਹਿੰਦੂਕੁਸ਼ ਅਤੇ ਸੁਲੇਮਾਨ ਦੀਆਂ ਉੱਚੀਆਂ ਪਹਾੜੀਆਂ ਇੱਕ ਮਜ਼ਬੂਤ ਕੰਧ ਵਾਂਗ ਖੜੀਆਂ ਨੇ। ਪੁਰਾਣੇ ਸਮਿਆਂ ਵਿੱਚ ਇਹਨਾਂ ਨੂੰ ਪਾਰ ਕਰਨਾ ਲਗਭਗ ਅਸੰਭਵ ਸੀ। ਅਤੇ ਦੱਖਣ ਵੱਲ ਦੇਖੀਏ ਤਾਂ ਵਿਸ਼ਾਲ ਹਿੰਦ ਮਹਾਸਾਗਰ ਲਹਿਰਾਉਂਦਾ ਹੈ। ਇਨ੍ਹਾਂ ਕੁਦਰਤੀ ਕੰਧਾਂ ਨੇ ਹੀ ਮਿਲ ਕੇ ਭਾਰਤੀ ਉਪ ਮਹਾਦੀਪ ਦੀ ਇੱਕ ਬਿਲਕੁਲ ਵੱਖਰੀ ਅਤੇ ਖਾਸ ਪਹਿਚਾਣ ਬਣਾਈ ਹੈ। ਜ਼ਮੀਨੀ ਗੁਆਂਢੀਆਂ ਤੋਂ ਇਲਾਵਾ ਸਮੁੰਦਰ ਵਿੱਚ ਵੀ ਆਪਣੇ ਦੋ ਮਹੱਤਵਪੂਰਨ ਗੁਆਂਢੀ ਨੇ। ਪਹਿਲਾ ਹੈ ਸ਼੍ਰੀਲੰਕਾ, ਜੋ ਕਿ ਪਾਕ ਸਟ੍ਰੇਟ ਅਤੇ ਮੰਨਾਰ ਦੀ ਖਾੜੀ ਕਰਕੇ ਭਾਰਤ ਤੋਂ ਥੋੜਾ ਜਿਹਾ ਵੱਖ ਹੁੰਦਾ ਹੈ। ਅਤੇ ਦੂਜਾ ਹੈ ਮਾਲਦੀਵ, ਜੋ ਲਕਸ਼ਦੀਪ ਦੇ ਬਿਲਕੁਲ ਦੱਖਣ ਵਿੱਚ ਸਥਿਤ ਹੈ। ਹਿੰਦ ਮਹਾਸਾਗਰ ਵਿੱਚ ਸੰਤੁਲਨ ਬਣਾਏ ਰੱਖਣ ਲਈ ਇਹ ਦੋਵੇਂ ਗੁਆਂਢੀ ਬਹੁਤ ਜ਼ਰੂਰੀ ਨੇ।
ਇੱਥੋਂ ਆਪਾਂ ਥੋੜਾ ਜਿਹਾ ਗਣਿਤ ਅਤੇ ਭੂਗੋਲ ਦਾ ਸੁਮੇਲ ਦੇਖਾਂਗੇ। ਆਪਣਾ ਚੌਥਾ ਹਿੱਸਾ ਅਕਸ਼ਾਂਸ਼ ਅਤੇ ਦੇਸ਼ਾਂਤਰਾਂ ਦੀ ਜਿਓਮੈਟਰੀ ਬਾਰੇ ਹੈ। ਇਹ ਜਾਲ ਸਮਝਣ ਵਿੱਚ ਸੱਚੀ ਬਹੁਤ ਦਿਲਚਸਪ ਹੈ। ਹੁਣ ਇੱਥੇ ਇੱਕ ਬਹੁਤ ਕਮਾਲ ਦੀ ਬੁਝਾਰਤ ਹੈ। ਭਾਰਤ ਦਾ ਦੱਖਣ ਤੋਂ ਉੱਤਰ ਵੱਲ ਦਾ ਵਿਸਤਾਰ ਲਗਭਗ 30 ਡਿਗਰੀ ਹੈ ਅਤੇ ਪੱਛਮ ਤੋਂ ਪੂਰਬ ਵੱਲ ਵੀ ਇਹ ਵਿਸਤਾਰ ਲਗਭਗ 30 ਡਿਗਰੀ ਹੀ ਬਣਦਾ ਹੈ। ਪਰ ਆਪਾਂ ਪਹਿਲਾਂ ਦੇਖਿਆ ਸੀ ਕਿ ਉੱਤਰ ਤੋਂ ਦੱਖਣ ਦੀ ਕਿਲੋਮੀਟਰਾਂ ਵਾਲੀ ਦੂਰੀ ਪੂਰਬ ਤੋਂ ਪੱਛਮ ਦੀ ਦੂਰੀ ਨਾਲੋਂ ਕਿਤੇ ਜ਼ਿਆਦਾ ਹੈ ਨਾ ਹੈਰਾਨੀ ਵਾਲੀ ਗੱਲ? ਆਖਿਰ ਅਜਿਹਾ ਕਿਉਂ ਹੁੰਦਾ ਹੈ? ਇਸ ਬੁਝਾਰਤ ਦਾ ਜਵਾਬ ਸਾਡੀ ਧਰਤੀ ਦੇ ਆਕਾਰ ਵਿੱਚ ਛੁਪਿਆ ਹੋਇਆ ਹੈ। ਅਕਸ਼ਾਂਸ਼ ਰੇਖਾਵਾਂ ਹਮੇਸ਼ਾ ਇੱਕ ਦੂਜੇ ਦੇ ਬਿਲਕੁਲ ਬਰਾਬਰ ਯਾਨੀ ਸਮਾਨਾਂਤਰ ਚਲਦੀਆਂ ਨੇ, ਪਰ ਦੇਸ਼ਾਂਤਰ ਰੇਖਾਵਾਂ ਬਿਲਕੁਲ ਸੰਤਰੇ ਦੀਆਂ ਫਾੜੀਆਂ ਵਾਂਗ ਹੁੰਦੀਆਂ ਨੇ। ਜਦੋਂ ਇਹ ਧਰੁਵਾਂ ਵੱਲ ਜਾਂਦੀਆਂ ਨੇ ਤਾਂ ਇੱਕ ਦੂਜੇ ਦੇ ਨੇੜੇ ਆਉਣ ਲੱਗਦੀਆਂ ਨੇ। ਕਿਉਂਕਿ ਭਾਰਤ ਦਾ ਉੱਤਰੀ ਹਿੱਸਾ ਭੂ-ਮੱਧ ਰੇਖਾ ਤੋਂ ਦੂਰ ਹੈ, ਉੱਥੇ ਇਹਨਾਂ ਰੇਖਾਵਾਂ ਵਿਚਲੀ ਦੂਰੀ ਘਟ ਜਾਂਦੀ ਹੈ। ਬਸ ਇਹੀ ਕਾਰਨ ਹੈ ਕਿ 30 ਡਿਗਰੀ ਹੋਣ ਦੇ ਬਾਵਜੂਦ ਕਿਲੋਮੀਟਰਾਂ ਵਿੱਚ ਏਡਾ ਵੱਡਾ ਫਰਕ ਪੈ ਜਾਂਦਾ ਹੈ। ਇੱਕ ਹੋਰ ਖਾਸ ਜਾਣਕਾਰੀ, ਦੇਸ਼ ਦੀਆਂ ਹੱਦਾਂ ਸਿਰਫ ਸਮੁੰਦਰ ਦੇ ਕਿਨਾਰੇ ਯਾਨੀ ਬੀਚ ਤੇ ਆ ਕੇ ਹੀ ਖਤਮ ਨਹੀਂ ਹੋ ਜਾਂਦੀਆਂ। ਅੰਤਰਰਾਸ਼ਟਰੀ ਕਾਨੂੰਨਾਂ ਦੇ ਹਿਸਾਬ ਨਾਲ ਭਾਰਤ ਦੀਆਂ ਸਮੁੰਦਰੀ ਸੀਮਾਵਾਂ ਤੱਟ ਤੋਂ 12 ਸਮੁੰਦਰੀ ਮੀਲ ਅੱਗੇ ਤੱਕ ਯਾਨੀ ਕਿ ਕਰੀਬ 21.9 ਕਿਲੋਮੀਟਰ ਤੱਕ ਫੈਲੀਆਂ ਹੋਈਆਂ ਨੇ। ਇਸ ਸਾਰੇ ਇਲਾਕੇ ਉੱਤੇ ਦੇਸ਼ ਦਾ ਪੂਰਾ ਅਧਿਕਾਰ ਹੁੰਦਾ ਹੈ। ਹੁਣ ਆਉਂਦੇ ਹਾਂ ਆਪਣੇ ਆਖਰੀ ਅਤੇ ਸਭ ਤੋਂ ਵਿਹਾਰਕ ਹਿੱਸੇ ਵੱਲ, ਸਮੇਂ ਦੀ ਇਕਸਾਰਤਾ। ਆਓ ਦੇਖੀਏ ਕਿ ਐਨੇ ਵੱਡੇ ਦੇਸ਼ ਵਿੱਚ ਸਮੇਂ ਦਾ ਚੱਕਰ ਕਿਵੇਂ ਚੱਲਦਾ ਹੈ। ਆਪਾਂ ਇੱਕ ਅਸਲ ਜ਼ਿੰਦਗੀ ਵਾਲੀ ਸਥਿਤੀ ਬਾਰੇ ਸੋਚਦੇ ਹਾਂ। ਪੂਰਬ ਵਿੱਚ ਅਸਾਮ ਦੇ ਡਿਬਰੂਗੜ੍ਹ ਵਿੱਚ ਜਦੋਂ ਲੋਕ ਸਵੇਰ ਦੀ ਚਾਹ ਪੀ ਰਹੇ ਹੁੰਦੇ ਨੇ ਤਾਂ ਪੱਛਮ ਵਿੱਚ ਰਾਜਸਥਾਨ ਦੇ ਜੈਸਲਮੇਰ ਵਿੱਚ ਅਜੇ ਕੁੱਪ ਹਨੇਰਾ ਹੁੰਦਾ ਹੈ। ਦੋਵਾਂ ਥਾਵਾਂ ਦੇ ਸੂਰਜ ਚੜ੍ਹਨ ਵਿੱਚ ਲਗਭਗ 2 ਘੰਟੇ ਦਾ ਫਰਕ ਹੈ। ਇਹ ਸਭ ਉਸੇ 30 ਡਿਗਰੀ ਦੇ ਦੇਸ਼ਾਂਤਰੀ ਫੈਲਾਅ ਕਰਕੇ ਹੈ। ਪਰ ਫਿਰ ਵੀ ਪੂਰੇ ਦੇਸ਼ ਵਿੱਚ ਸਭ ਦੀਆਂ ਘੜੀਆਂ ਬਿਲਕੁਲ ਇੱਕੋ ਸਮਾਂ ਦਿਖਾਉਂਦੀਆਂ ਨੇ। ਜੇ ਹਰ ਸ਼ਹਿਰ ਆਪਣਾ ਟਾਈਮ ਰੱਖ ਲਵੇ ਤਾਂ ਰੇਲ ਗੱਡੀਆਂ ਅਤੇ ਫਲਾਈਟਾਂ ਦਾ ਤਾਂ ਕੰਮ ਹੀ ਖਰਾਬ ਹੋ ਜਾਵੇਗਾ। ਸਹੀ ਕਿਹਾ ਨਾ? ਤਾਂ ਫਿਰ ਇਹ ਸਭ ਮੈਨੇਜ ਕਿਵੇਂ ਹੁੰਦਾ ਹੈ? ਤਾਂ ਇਸ ਵੱਡੀ ਉਲਝਣ ਦਾ ਹੱਲ ਕੱਢਿਆ ਗਿਆ ਹੈ ਸਟੈਂਡਰਡ ਮੈਰੀਡੀਅਨ ਯਾਨੀ ਮਿਆਰੀ ਦੇਸ਼ਾਂਤਰ ਰਾਹੀਂ। ਹੁੰਦਾ ਕੀ ਹੈ ਕਿ ਵੱਡੇ ਦੇਸ਼ਾਂ ਵਿੱਚ ਹਫੜਾ-ਦਫੜੀ ਤੋਂ ਬਚਣ ਲਈ ਇੱਕ ਖਾਸ ਦੇਸ਼ਾਂਤਰ ਰੇਖਾ ਦੀ ਚੋਣ ਕਰ ਲਈ ਜਾਂਦੀ ਹੈ। ਫਿਰ ਉਸ ਰੇਖਾ ਦੇ ਟਾਈਮ ਨੂੰ ਹੀ ਪੂਰੇ ਦੇਸ਼ ਦਾ ਟਾਈਮ ਮੰਨ ਲਿਆ ਜਾਂਦਾ ਹੈ। ਇਸ ਸਮੇਂ ਨੂੰ ਬਰਾਬਰ ਰੱਖਣ ਦਾ ਇੱਕ ਬਹੁਤ ਹੀ ਸਮਾਰਟ ਤਰੀਕਾ ਹੈ। ਭਾਰਤ ਦੇ ਮਾਮਲੇ ਵਿੱਚ ਉਹ ਜਾਦੂਈ ਰੇਖਾ ਹੈ 82 ਡਿਗਰੀ 30 ਮਿੰਟ ਪੂਰਵੀ ਦੇਸ਼ਾਂਤਰ। ਇਹ ਰੇਖਾ ਦੇਸ਼ ਦੇ ਲਗਭਗ ਬਿਲਕੁਲ ਵਿਚਕਾਰੋਂ ਲੰਘਦੀ ਹੈ। ਇਸ ਰੇਖਾ ਤੇ ਜੋ ਵੀ ਸਮਾਂ ਹੁੰਦਾ ਹੈ ਉਸ ਨੂੰ ਹੀ ਪੂਰੇ ਭਾਰਤ ਲਈ ਅਪਣਾ ਲਿਆ ਗਿਆ ਹੈ ਅਤੇ ਇਸੇ ਨੂੰ ਆਪਾਂ ਭਾਰਤੀ ਮਿਆਰੀ ਸਮਾਂ ਜਾਂ IST ਕਹਿੰਦੇ ਹਾਂ। ਪਰ ਸਵਾਲ ਇਹ ਹੈ ਕਿ ਇਹੀ ਰੇਖਾ ਕਿਉਂ ਚੁਣੀ ਗਈ? ਅਸਲ ਵਿੱਚ ਗਲੋਬਲ ਪੱਧਰ ਤੇ ਇੱਕ ਆਪਸੀ ਸਮਝੌਤਾ ਬਣਿਆ ਹੋਇਆ ਹੈ ਕਿ ਦੁਨੀਆ ਭਰ ਦੇ ਦੇਸ਼ ਆਪਣਾ ਸਟੈਂਡਰਡ ਮੈਰੀਡੀਅਨ 7.5 ਡਿਗਰੀ ਦੇ ਗੁਣਕ ਵਿੱਚ ਹੀ ਚੁਣਨਗੇ। ਇਸੇ ਨਿਯਮ ਦੀ ਬਦੌਲਤ ਭਾਰਤੀ ਮਿਆਰੀ ਸਮਾਂ ਗ੍ਰੀਨਵਿਚ ਮੀਨ ਟਾਈਮ ਯਾਨੀ ਕਿ ਗਲੋਬਲ 0 ਡਿਗਰੀ ਸਮੇਂ ਤੋਂ ਬਿਲਕੁਲ 5.5 ਘੰਟੇ ਅੱਗੇ ਰਹਿੰਦਾ ਹੈ। ਇਹ ਗਣਿਤ ਅਤੇ ਭੂਗੋਲ ਦਾ ਇੱਕ ਕਮਾਲ ਦਾ ਸੁਮੇਲ ਹੈ। ਅੰਤ ਵਿੱਚ ਆਪਾਂ ਸਾਰਿਆਂ ਲਈ ਸੋਚਣ ਵਾਲਾ ਇੱਕ ਸਵਾਲ ਹੈ। ਇਤਿਹਾਸ ਦੱਸਦਾ ਹੈ ਕਿ ਵਿਸ਼ਾਲ ਪਹਾੜਾਂ ਅਤੇ ਸਮੁੰਦਰਾਂ ਨੇ ਭਾਰਤ ਨੂੰ ਇੱਕ ਵੱਖਰੀ ਸੁਰੱਖਿਅਤ ਥਾਂ ਦਿੱਤੀ। ਪਰ ਅੱਜ ਦੇ ਆਧੁਨਿਕ ਯੁੱਗ ਵਿੱਚ ਜਿੱਥੇ ਫਲਾਈਟਾਂ ਅਤੇ ਇੰਟਰਨੈਟ ਦਾ ਬੋਲਬਾਲਾ ਹੈ, ਕੀ ਇਹ ਭੌਤਿਕ ਰੁਕਾਵਟਾਂ ਸੱਚਮੁੱਚ ਗੁਆਂਢੀ ਦੇਸ਼ਾਂ ਨਾਲ ਤਾਲਮੇਲ ਵਿੱਚ ਰੁਕਾਵਟ ਬਣਦੀਆਂ ਨੇ? ਭੂਗੋਲ ਨੇ ਸਾਡੇ ਅਤੀਤ ਨੂੰ ਤਾਂ ਘੜਿਆ ਹੈ, ਪਰ ਤਕਨਾਲੋਜੀ ਸਾਡੇ ਭਵਿੱਖ ਦੇ ਨਕਸ਼ੇ ਕਿਵੇਂ ਬਦਲੇਗੀ, ਇਹ ਜ਼ਰੂਰ ਸੋਚਣ ਵਾਲੀ ਗੱਲ ਹੈ। ਅੱਜ ਦੇ ਇਸ ਐਕਸਪਲੇਨਰ ਵਿੱਚ ਸ਼ਾਮਿਲ ਹੋਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। Thank you for watching the Punjabi script video. If you like the information, please like, share and subscribe to the channel.